ਜਦੋਂ ਤੁਸੀਂ ਸੁਣਿਆ ਹੋਣਾ ਬਈ 에ਅਰ ਸ਼ੋ ਹੋਣ ਜਾ ਰਿਹਾ ਚੰਡੀਗੜ੍ਹ 'ਚ, ਜਹਾਜ਼ ਉੱਡਣੇ ਆ, ਤੇ ਲੱਗਿਆ ਸੀ ਪੰਛੀਆਂ ਬਾਰੇ ਕੋਈ ਫਿਕਰ ਹੋਇਆ ਸੀ? से क्यों नहीं ज़रूरी, क्योंकि इतना इतना आवाज़ आती है, खुद हम चौंक जाते हैं बहुत बार। मेरे घर में मेरा पेट है, वो खुद डर जाता था। ਗੱਲ ਦਾਵਾ ਮੈਂ ਕਰਦਾ ਜੇ ਆਪਾਂ ਇਸ ਟਾਈਮ ਇਹਦੇ ਅੰਦਰ ਘੁੰਮ ਲਈਏ ਸ਼ਾਇਦ ਸਾਨੂੰ ਡੈਡ ਬੋਡੀਜ਼ ਇੱਕ ਦੋ ਬਰਡਸ ਦੀਆਂ ਮਿਲ ਵੀ ਜਾਣਗੀਆਂ, ਕਿਉਂਕਿ ਕਿਹੜਾ ਚੱਕਣੀਆਂ ਕਿਸੇ ਨੇ ਆ ਕੇ, ਉਹ ਬੰਦ ਹੈ ਚਲੋ ਵੱਖਰੀ ਗੱਲ ਹੈ। ये इतना पैसा अगर किसी ट्रीटमेंट सेंटर या रिहैबिलिटेटिव सेंटर बना देते, या जहाँ पे ये इनका ट्रीटमेंट हो सके, इंजर्ड बर्ड्स आती हैं, कहाँ लेके जाएंगे? कि अगर सपोज कुछ बर्ड को तकलीफ भी हो तो इनके पास कहाँ है सेंटर, ये कहाँ लेके जाएंगे बर्ड्स को? इनसे पूछिए एक बारी। ਇਹਦੇ ਤੇ ਪਾਲਿਸੀ ਵੀ ਕਲੀਅਰ ਨਹੀਂ ਹੈਗੀ ਐਡਮਿਨਿਸਟ੍ਰੇਸ਼ਨ ਦੀ ਕਿ ਆਪਾਂ ਕੀ ਅਲਾਉ ਕਰਨਾ ਹੈ, ਕਿੰਨੇ ਡੈਸੀਬਲ ਸਾਊਂਡ ਨਾਲ ਅਲਾਉ ਕਰਨਾ ਹੈ, ਇੱਥੇ ਕੀ ਕੰਮ ਕਰਨਾ ਹੈ। हमारी तकलीफ तो सबको ही होती है, तो ये भी जानवर है, इनको भी होती है, तो कहाँ लेके जाएंगे? ਫੋਰੈਸਟ ਸਰਵਿਸ ਦੇ ਟੌਪ ਦੇ ਆਫੀਸਰ ਬਿਊਰੋਕਰੇਟ ਬੈਠੇ ਨੇ, ਉਹਨਾਂ ਨੂੰ ਹੁਣ ਨਹੀਂ ਲੱਗਿਆ ਯਾਰ ਹੁਣ ਜਹਾਜ਼ਾਂ ਨਾਲ ਜ਼ਿਆਦਾ ਨੁਕਸਾਨ ਹੋਏਗਾ ਕਿ ਸਾਊਂਡ ਦੇ ਸ਼ੋਅ ਨਾਲ ਜ਼ਿਆਦਾ ਨੁਕਸਾਨ ਹੋਏਗਾ ਉਹਨਾਂ ਨੂੰ? ਇਹਦੇ ਵਿੱਚ ਤਾਂ ਕੋਈ ਡਾਊਟ ਨਹੀਂ ਹੈ ਕਿ ਜਿਹੜਾ ਹੁਣ ਸ਼ੋਅ ਹੋਇਆ 에ਅਰ ਸ਼ੋਅ ਹੋਇਆ, ਇਹਦੇ ਨਾਲ ਕਾਫੀ ਐਨੀਮਲਸ ਨੂੰ ਇਰੀਟੇਸ਼ਨ ਹੋਈ ਹੋਣੀ ਹੈ, ਕਾਫੀ ਡਿਸਟਰਬੈਂਸ ਹੋਈ ਹੋਣੀ ਹੈ। ਪਤਾ ਲੱਗਿਆ ਕਿ ਜਿਹੜਾ 3 ਦਿਨ 에ਅਰ ਸ਼ੋਅ ਚੱਲਦਾ ਰਿਹਾ ਸੀ, ਮੈਨੂੰ ਨਹੀਂ ਲੱਗਦਾ ਕੋਈ ਪਸ਼ੂ ਪੰਛੀ ਨੂੰ ਕੋਈ ਤਕਲੀਫ ਹੋਈ ਹੋਵੇ, ਕਿਸੇ ਨੂੰ ਕੋਈ ਪਰੇਸ਼ਾਨੀ ਆਵੇ ਤੇ ਚੁੱਕ ਕੇ ਸ਼ਾਇਦ ਉਹਨੂੰ ਕਿਤੇ ਲੈ ਗਏ ਹੁਣ ਟ੍ਰੀਟਮੈਂਟ ਲਈ। ਸਰ ਟਰਾਂਸਪੇਰੈਂਸੀ ਨਹੀਂ ਹੈ, ਕੋਈ ਆ ਕੇ ਦੇਖ ਤਾਂ ਸਕਦਾ ਨਹੀਂ, ਬੰਦ ਹੈ। ਸਤਿ ਸ਼੍ਰੀ ਅਕਾਲ, ਸਕਰੋਲ ਪੰਜਾਬ ਦੇਖਣ ਵਾਲਿਆਂ ਦਾ ਬਲਜੀਤ ਮਰਵਾਹਾ ਵੱਲੋਂ ਸਵਾਗਤ। 3 ਦਿਨ ਹੋਏ ਜਿਹੜਾ ਸਿਟੀ ਬਿਊਟੀਫੁਲ ਚੰਡੀਗੜ੍ਹ ਹੈਗਾ, ਮੈਂ ਕਹਾਂ ਇੰਡੀਆ 'ਚ ਨਹੀਂ ਪੂਰੀ ਦੁਨੀਆ 'ਚ ਚਰਚਾ 'ਚ ਹੈ, ਕਿਉਂਕਿ 3 ਦਿਨ ਦਾ 에ਅਰ ਸ਼ੋਅ ਇੱਥੇ ਹੋ ਕੇ ਹਟਿਆ, ਰੀਸੈਂਟਲੀ ਖਤਮ ਹੋਇਆ। ਸਾਡੀ ਦੇਸ਼ ਦੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਉੱਥੇ ਚੀਫ ਗੈਸਟ ਵੀ ਸੀਗੇ। ਸੋ ਬਿਲਕੁਲ ਮੇਰੇ ਖੱਬੇ ਹੱਥ 'ਚ ਤੁਹਾਨੂੰ ਦੱਸਾਂ ਨਾ, ਇੱਥੋਂ ਬਾਹਰ ਨਿਕਲ ਜਾਓ, ਮਤਲਬ ਵਾਕਿੰਗ ਡਿਸਟੈਂਸ 'ਤੇ ਹੈ, ਸ਼ਾਇਦ 40 ਜਾਂ 50 ਫੁੱਟ ਹੋਏਗਾ, ਜਿੱਥੇ 3 ਦਿਨ ਲਗਾਤਾਰ ਜਹਾਜ਼ ਉੱਡ ਰਹੇ ਸੀਗੇ। ਪੰਜਾਬੀ ਜਗਵਾਂ ਸਵੇਰੇ ਸ਼ਾਮ ਬਾਂ ਬਾਂ ਠੂੰ ਠਾਂ ਸੁਣਾਈ ਦੇ ਰਹੀ ਸੀਗੀ, 3 ਦਿਨ ਲਗਾਤਾਰ ਹੋਈ ਹੈ। ਔਰ ਇਸ ਟਾਈਮ ਜਿਸ ਤੇ ਖੜੇ ਆ, ਮੇਰੇ ਕੈਮਰਾਮੈਨ ਕੋਲ ਤੁਹਾਨੂੰ ਦਿਖਾਣਗੇ, ਤੁਸੀਂ ਪੜ੍ਹ ਹੀ ਲਿਆ ਹੋਣਾ, ਚੰਡੀਗੜ੍ਹ ਬਰਡ ਪਾਰਕ ਦੇ ਬਾਹਰ ਅਸੀਂ ਖੜੇ ਹੋਏ ਹਾਂ। ਸੋ ਬਿਲਕੁਲ ਵਾਕਿੰਗ ਡਿਸਟੈਂਸ ਹੈਗਾ, ਤੇ ਇਨਸਾਨਾਂ ਦਾ ਇੱਥੇ ਆਉਣਾ ਬੰਦ ਕਰ ਦਿੱਤਾ ਗਿਆ ਸੀਗਾ 3 ਦਿਨਾਂ ਲਈ। ਬਰਡ ਪਾਰਕ 'ਚ ਇਨਸਾਨ ਨਹੀਂ ਐਂਟਰ ਹੋਣਗੇ, ਕਿਉਂਕਿ ਜੀ 에ਅਰ ਸ਼ੋਅ ਹੋ ਰਿਹਾ ਚੰਡੀਗੜ੍ਹ ਦੇ ਵਿੱਚ। ਤੇ ਇੱਕ ਜ਼ਹਿਨ 'ਚ ਸਵਾਲ ਉੱਠਿਆ ਬਈ ਜੇ ਇਨਸਾਨਾਂ ਦਾ ਇੱਥੇ ਆਉਣਾ ਬੰਦ ਕਰ ਦਿੱਤਾ ਗਿਆ, ਟ੍ਰੈਫਿਕ ਬੰਦ ਕਰ ਦਿੱਤਾ ਸੀ ਪਬਲਿਕ ਦਾ ਲੰਘਣਾ, ਤੇ ਬਿਲਕੁਲ ਬਰਡ ਪਾਰਕ ਜਿਹੜਾ ਕਿ ਇੱਥੋਂ ਇਹਦੇ ਉੱਪਰੋਂ ਵੀ ਕਹੂੰਗਾ, ਇੱਕ ਵਾਰ ਤੁਹਾਨੂੰ ਆਸਮਾਨ ਵੱਲ ਵੀ ਕੈਮਰਾ ਕਰਕੇ ਦਿਖਾਣਗੇ ਕੈਮਰਾਮੈਨ, ਇੱਥੋਂ ਹੀ ਜਹਾਜ਼ ਉੱਡ ਰਹੇ ਸੀਗੇ। ਕਦੇ ਸੁਖੋਈ ਆ ਜਾਂਦਾ ਸੀ, ਕਦੇ ਕੋਈ ਹੋਰ MiG-21 ਆ ਜਾਂਦਾ ਸੀ, ਕਦੇ ਕੋਈ ਹੋਰ ਲੜਾਕੂ ਜਹਾਜ਼ ਆਉਂਦਾ ਸੀ। ਹੈਰਤ ਅੰਗੇਜ਼ ਕਰਤੱਵ ਦਿਖਾ ਕੇ ਪ੍ਰੇਜ਼ ਕੀਤਾ ਜਾ ਰਿਹਾ ਸੀ ਸਾਡੀ ਇੰਡੀਅਨ 에ਅਰਫੋਰਸ ਨੂੰ। 에ਅਰਫੋਰਸ ਡੇ ਸੀਗਾ, ਚਲੋ ਪ੍ਰੇਜ਼ ਕਰਨਾ ਬਣਦਾ ਵੀ ਹੈ, ਬਹਾਦਰੀ ਦੀ ਗੱਲ ਸੀਗੀ। ਪਰ ਇਸ ਬਰਡ ਪਾਰਕ ਦੇ ਵਿੱਚ ਜਿਹੜੇ ਪੰਛੀ ਰਹਿੰਦੇ ਨੇ, ਉਹਨਾਂ ਦੀ ਕੀ ਹਾਲਤ ਹੋਈ ਹੋਏਗੀ? ਬੜਾ ਸੰਵੇਦਨਸ਼ੀਲ ਵਿਸ਼ਾ ਹੈਗਾ। ਮੇਰੀ ਅੱਜ ਕਿਸੇ ਪਸ਼ੂ ਮਾਹਰ ਨਾਲ ਗੱਲ ਵੀ ਹੋ ਰਹੀ ਸੀ, ਪਸ਼ੂ ਚਿਕਿਤਸਕ ਨਾਲ, ਡਾਕਟਰ ਨਾਲ, ਐਨੀਮਲ ਦੇ। ਉਹ ਕਹਿੰਦੇ ਜੀ ਡੈਫੀਨੇਟਲੀ ਇੱਥੇ ਪੰਛੀਆਂ ਨੂੰ ਦਿਲ ਦੇ ਦੌਰੇ ਵੀ ਪਏ ਹੋਣੇ, ਹਾਰਟ ਅਟੈਕ ਵੀ ਹੋਏ ਹੋਣੇ। ਸੋ ਸਾਡੇ ਨਾਲ ਬਰਡ ਲਵਰ ਹਿਮਾਨੀ ਮੌਜੂਦ ਨੇ, ਪੇਸ਼ੇ ਤੋਂ ਵਕਾਲਤ ਕਰਦੇ ਨੇ, ਵਕੀਲ ਨੇ, ਤੇ ਉਦਿਤ ਭਾਟੀਆ ਵੀ ਸਾਡੇ ਨਾਲ ਮੌਜੂਦ ਨੇ, ਗੱਲ ਕਰਦੇ ਹਾਂ। ਸੋ ਹਿਮਾਨੀ, ਜਦੋਂ ਤੁਸੀਂ ਸੁਣਿਆ ਹੋਣਾ ਬਈ 에ਅਰ ਸ਼ੋਅ ਹੋਣ ਜਾ ਰਿਹਾ ਚੰਡੀਗੜ੍ਹ 'ਚ, ਜਹਾਜ਼ ਉੱਡਣੇ ਆ, ਤੇ ਲੱਗਿਆ ਸੀ ਪੰਛੀਆਂ ਬਾਰੇ ਕੋਈ ਫਿਕਰ ਹੋਇਆ ਸੀ? से क्यों नहीं ज़रूरी, क्योंकि इतना आवाज़ आती है, खुद हम चौंक जाते हैं बहुत बार। मेरे घर में मेरा पेट है, वो खुद डर जाता था जब वो ऊपर से जैसे ही जाता था, तो लगता ही था ये तो बहुत ही विसिनिटी में है, बिल्कुल ही यहाँ पास में ही है लेक, इसी विसिनिटी एरिया में है, इधर तो सबसे ज़्यादा इफेक्ट आता होगा। ਤੇ ਕੀ ਲੱਗਿਆ, ਮਤਲਬ ਅਸੀਂ ਲੋਕ ਹੁੰਨੇ ਆ ਜਿਹਦੇ ਕਦੀ ਹੁਣ ਦੀਵਾਲੀ ਵੀ ਆਉਣ ਵਾਲੀ ਹੈ, ਫੈਸਟਿਵ ਸੀਜ਼ਨ ਚੱਲ ਰਿਹਾ, ਕੋਈ ਪਟਾਕਿਆਂ ਦੀ ਆਵਾਜ਼ ਆਉਂਦੀ ਹੈ, ਕਈ ਵਾਰ ਅਸੀਂ ਵੀ ਗਵਾਂਢੀਆਂ ਨੂੰ ਕਹਿ ਦਿੰਦੇ ਆ ਬਈ ਜ਼ਿਆਦਾ ਉੱਚੀ ਆਵਾਜ਼ ਵਾਲੇ ਨਾ ਚਲਾਓ, ਤੇ ਇਹ ਤਾਂ ਸ਼ਾਇਦ ਕਿਸੇ ਨੂੰ ਦੱਸ ਵੀ ਨਹੀਂ ਪਾਏ ਹੋਣੇ। नहीं पाते, हाँ, बिकॉज दे आर वॉइसलेस सर, उनके लिए तो कोई है नहीं बोलने के लिए। जो गवर्नमेंट है उनको सोचना चाहिए, इनफैक्ट द फॉरेस्ट डिपार्टमेंट है, दे शुड बी द वन टू बी कंसर्न्ड
highly concerned about their conservation, जैसे कि वो बोलते हैं. बट आई डोंट फाइंड ये बर्ड पार्क किसी भी फॉर्म में ये कंजर्वेशन कर रहा है बर्ड्स की. रादर दिस इज़ जस्ट अ टूरिज़म अट्रैक्शन पॉइंट. एंड इन फैक्ट ये चीज़ इनकरेज कर रही है illegal trading and capturing of the exotic birds. And rather than rescuing them, conserving them, आई फील ये ऐसी चीज़ें जैसे ये बर्ड पार्क इन्होंने बनाया है, ये इंस्टेड ये इतना पैसा अगर किसी ट्रीटमेंट सेंटर या रिहैबिलिटेटिव सेंटर बना देते, या जहाँ पे इनका ट्रीटमेंट हो सके, इंजर्ड बर्ड्स आती हैं, कहाँ लेके जाएंगे? अगर सपोज़ जैसे अभी आपने बोला कि कुछ बर्ड्स को शायद हार्ट अटैक भी आया होगा या जितनी भी उनको तकलीफ होगी, इट्स कुड बी इट्स जस्ट वी आर ऑल्सो अज्यूमिंग सर, कुड बी. तो वो अगर maybe there is a chances अगर हाँ, आई एम जस्ट गिविंग यू हाइपोथेटिकल सिचुएशन कि अगर सपोज कुछ बर्ड को तकलीफ भी हो तो इनके पास कहाँ है सेंटर? ये कहाँ लेके जाएंगे बर्ड्स को? इनसे पूछिए एक बारी कि वेयर इज़ द सेंटर दे हैव मेड फॉर टेकिंग दीज बर्ड्स अगर कुछ बीमार हो जाते हैं. बिकॉज बीमारी तकलीफ तो सबको ही होती है, तो ये भी जानवर हैं, इनको भी होती है, तो कहाँ लेके जाएंगे? सो गाय भैंसों के लिए चलो है, चल रहा है चंडीगढ़ में. वाइल्ड लाइफ के लिए कुछ भी नहीं है सर. सो आई थिंक रादर स्टेट शुड बी मोर conscious of the fact कि उनको they should invest more into projects where they can rehabilitate and treat these animals. What we वो say in actually conservation है wildlife species. What we say in one line के entertainment for public, killing the birds. True sir, बिल्कुल ਸੋ exactly. ਉਦਿਤ ਭਾਟੀਆ ਸਾਡੇ ਨਾਲ ਮੌਜੂਦ ਨੇ. ਉਦਿਤ ਥੋੜੇ ਦਿਨ ਪਹਿਲਾਂ ਇੱਥੇ ਨਾ ਲਾਈਟ ਐਂਡ ਸਾਊਂਡ ਸ਼ੋਅ ਵੀ ਹੋਇਆ ਸੀਗਾ, ਝੀਲ ਤੇ ਹੀ ਹੋਇਆ ਸੀਗਾ. ਉਸ ਟਾਈਮ ਕਹਿ ਲਓ ਪੰਜਾਬ ਸਰਕਾਰ ਦੇ ਚੀਫ ਸੈਕਟਰੀ ਰਹੇ ਨੇ ਸਰਵੇਸ਼ ਕੌਸ਼ਲ, ਸੀਨੀਅਰ ਆਈਐਸ ਰਹੇ ਨੇ, ਤੇ ਉਹਨਾਂ ਦੀ ਟੀਮ ਸੀਗੀ. ਉਸ ਟਾਈਮ ਉਹਨਾਂ ਨੂੰ ਕਿਹਾ ਗਿਆ ਸੀ ਕਿ ਸਾਊਂਡ ਨਾਲ ਪੰਛੀ ਜਿਹੜੇ ਹੈਗੇ ਨੇ ਪਰੇਸ਼ਾਨ ਹੋਣਗੇ, ਲਾਈਟ ਐਂਡ ਸਾਊਂਡ ਤੁਹਾਡਾ ਆਵਾਜ਼ ਗੂੰਜੇਗੀ, ਤੇ ਉਸ ਟਾਈਮ ਉਹਨਾਂ ਨੂੰ ਵੀ ਪਤੰਗ ਕੀਤਾ ਗਿਆ ਸੀਗਾ. ਹੁਣ ਨਹੀਂ ਚੰਡੀਗੜ੍ਹ ਪ੍ਰਸ਼ਾਸਨ ਨੂੰ ਇਹ ਜਿਹੜੇ ਵਾਈਲਡ ਲਾਈਫ ਦੇ ਇੱਥੇ ਆਈਐਫਐਸ ਬੈਠੇ ਨੇ, ਫੋਰੈਸਟ ਸਰਵਿਸ ਦੇ ਟੌਪ ਦੇ ਆਫੀਸਰ ਬਿਊਰੋਕਰੇਟ ਬੈਠੇ ਨੇ, ਉਹਨਾਂ ਨੂੰ ਹੁਣ ਨਹੀਂ ਲੱਗਿਆ ਯਾਰ ਹੁਣ ਜਹਾਜ਼ਾਂ ਨਾਲ ਜ਼ਿਆਦਾ ਨੁਕਸਾਨ ਹੋਏਗਾ ਕਿ ਸਾਊਂਡ ਦੇ ਸ਼ੋਅ ਨਾਲ ਜ਼ਿਆਦਾ ਨੁਕਸਾਨ ਹੋਏਗਾ ਉਹਨਾਂ ਨੂੰ? ਇਹਦੇ ਵਿੱਚ ਤਾਂ ਕੋਈ ਡਾਊਟ ਨਹੀਂ ਹੈ ਕਿ ਜਿਹੜਾ ਹੁਣ ਸ਼ੋਅ ਹੋਇਆ 에ਅਰ ਸ਼ੋਅ ਹੋਇਆ ਇਹਦੇ ਨਾਲ ਕਾਫੀ ਐਨੀਮਲਸ ਨੂੰ ਇਰੀਟੇਸ਼ਨ ਹੋਈ ਹੋਣੀ ਹੈ, ਕਾਫੀ ਡਿਸਟਰਬੈਂਸ ਹੋਈ ਹੋਣੀ ਹੈ, ਤੇ ਬਿਲਕੁਲ ਜਿਹੜੀ ਸਹੀ ਤੁਸੀਂ ਗੱਲ ਕਰ ਰਹੇ ਹੋ ਕਿ देयर कुड बी सम मॉर्टल हार्म एज वेल. ਤੇ ਇਹਦੇ ਤੇ ਪਾਲਿਸੀ ਵੀ ਕਲੀਅਰ ਨਹੀਂ ਹੈਗੀ ਐਡਮਿਨਿਸਟ੍ਰੇਸ਼ਨ ਦੀ ਕਿ ਆਪਾਂ ਕੀ ਅਲਾਉ ਕਰਨਾ ਹੈ, ਕਿੰਨੇ ਡੈਸੀਬਲ ਸਾਊਂਡ ਨਾਲ ਅਲਾਉ ਕਰਨਾ ਹੈ, ਇੱਥੇ ਕੀ ਕੰਮ ਕਰਨਾ ਹੈ. ਤੇ ਬਹੁਤ ਡਿਸਕ੍ਰਿਸ਼ਨਰੀ ਕੋਈ ਮੈਜਰਮੈਂਟ ਨਹੀਂ ਉਹਦੀ, ਕੋਈ ਬੜੇ ਡਿਸਕ੍ਰਿਸ਼ਨਰੀ ਲੈਵਲ ਤੇ ਕੰਮ ਹੋ ਰਿਹਾ. ਤੇ ਜਿਹੜਾ ਹੁਣ ਹਿਮਾਨੀ ਦੱਸ ਰਹੇ ਸੀ ਕਿ ਪਹਿਲਾਂ ਇੱਥੇ ਪਬਲਿਕ ਸ਼ੈਲਟਰ ਸੀ, ਉੱਥੇ ਵਾਈਲਡ ਲਾਈਫ ਐਨੀਮਲਸ ਆਉਂਦੇ ਸੀ. ਇਹਨਾਂ ਦੀ ਆਰਟੀਆਈ ਦਾ ਜਵਾਬ ਹੈ ਜਿਹੜਾ ਮੈਂ ਪਾਇਆ ਸੀ ਕਿ 83 ਐਨੀਮਲਸ ਇੱਕ ਫਾਈਨੈਂਸ਼ੀਅਲ ਈਅਰ 'ਚ ਆ ਰਹੇ ਸੀ, ਵਾਈਲਡ ਐਨੀਮਲਸ, ਤੇ ਇਹ ਵੀ ਇਹਨਾਂ ਨੇ ਉੱਥੇ ਰੋਕਤੇ. ਇੱਥੇ देयर इज़ नो क्लैरिटी, दे डोंट हैव प्रॉपर रेस्क्यू सेंटर, ਪ੍ਰੋਪਰ ਤਰੀਕੇ ਨਾਲ ਨੋਟੀਫਾਈਡ ਨਹੀਂ ਹੈਗਾ ਉੱਥੇ. ਜਿਹੜੇ ਪ੍ਰੋਪਰ ਕਿਸ ਤਰੀਕੇ ਨਾਲ ਦੇਖਭਾਲ ਕਰਨੀ ਐਨੀਮਲ ਦੀ, ਮੈਡੀਕਲ ਜਿਹੜਾ ਕੋਈ ਜਾਨਵਰ ਬਿਮਾਰ ਹੈ, ਬੜਾ ਜਿੱਦਾਂ ਕਹਿ ਸਕੇ ਕਿ ਆਪਾਂ ਡਾਕਟਰ ਰੱਖਿਆ ਹੋਇਆ ਜੀ ਦੇਖ ਲੈਂਦਾ. देयर इज़ नो प्रोसीजर अबाउट ਮੈਨੂੰ ਤਾਂ ਇਹ ਵੀ ਪਤਾ ਲੱਗਿਆ ਕਿ ਜਿਹੜਾ 3 ਦਿਨ 에ਅਰ ਸ਼ੋਅ ਚੱਲਦਾ ਰਿਹਾ ਸੀ, ਮੈਨੂੰ ਨਹੀਂ ਲੱਗਦਾ ਕੋਈ ਪਸ਼ੂ ਪੰਛੀ ਨੂੰ ਕੋਈ ਤਕਲੀਫ ਹੋਈ ਹੋਵੇ, ਕਿਸੇ ਨੂੰ ਕੋਈ ਪਰੇਸ਼ਾਨੀ ਆਵੇ ਤਾਂ ਚੁੱਕ ਕੇ ਸ਼ਾਇਦ ਉਹਨੂੰ ਕਿਤੇ ਲੈ ਗਏ ਹੁਣ ਟ੍ਰੀਟਮੈਂਟ ਲਈ. ਸਰ ਟਰਾਂਸਪੇਰੈਂਸੀ ਨਹੀਂ ਹੈ, ਕੋਈ ਆ ਕੇ ਦੇਖ ਤਾਂ ਸਕਦਾ ਨਹੀਂ, ਬੰਦ ਹੈ. ਕੋਈ ਅਗਰ ਪਬਲਿਕ ਦਾ ਨੁਮਾਇੰਦਾ ਜਾਂ ਫਿਰ ਹੁਣ ਇਹਨਾਂ ਨੇ ਇੱਕ ਸੁਸਾਇਟੀ ਵੀ ਬਣਾਈ ਹੈ ਫੋਰੈਸਟ ਵਾਲਿਆਂ ਨੇ ਰੀਸੈਂਟਲੀ, ਦੇ ਹੈਵ ਟੂ ਇਨਵੋਲਵ ਪਬਲਿਕ ਕੀ ਟਰਾਂਸਪੇਰੈਂਸੀ ਰਹੇ, ਟਰਸਟ ਰਹੇ ਲੋਕਾਂ ਦਾ ਵੀ. ਬਿਕੋਜ਼ ਇੱਦਾਂ ਦਾ ਤੁਸੀਂ ਕੁਝ ਵੀ ਕਰ ਸਕਦੇ ਹੋ. ਮੀਨ ਦੇ ਆਰ ਬਾਇੰਗ ਐਨੀਮਲਸ. ਹੁਣ ਇਹਨਾਂ ਦੀ ਇੱਕ ਮਿੰਟ ਸੀਗੇ ਉਹਦੇ ਵਿੱਚ ਦੇ ਹੈਵ ਬੋਟ ਇਲੀਗਲ, ਮਤਲਬ ਇਹ ਖੁਦ ਦੱਸ ਰਹੇ ਮਿੰਟਸ 'ਚ ਕਿ ਇੱਥੇ ਇਲੀਗਲੀ ਵਿਕ ਰਹੇ ਐਨੀਮਲਸ, ਤਾਂ ਆਪਾਂ ਲਿੱਤੇ ਨਹੀਂ. ਤੁਹਾਨੂੰ ਪਤਾ ਇੱਥੇ ਇਲੀਗਲੀ ਵਿਕ ਰਹੇ, ਤੁਸੀਂ ਤਾਂ ਐਕਸ਼ਨ ਲਿਓ, ਤੁਸੀਂ ਤਾਂ ਸਰਕਾਰੀ ਮੁਲਾਜ਼ਮ ਹੋ. ਤਾਂ ਕੇਅਰ ਆਫ ਐਨੀਮਲ ਤਾਂ ਆਈ ਡੋਂਟ ਥਿੰਕ ਦੈਟਸ ਅ ਪ੍ਰਾਇੋਰਿਟੀ ਫॉर देम. ਅੱਛਾ, ਚੰਡੀਗੜ੍ਹ 'ਚ ਪੈਟ ਸ਼ਾਪਸ ਤੇ ਵੀ ਆਮ ਵਿਕ ਰਹੇ ਹੈ? ਪੈਟ ਸ਼ਾਪਸ ਤੇ ਵੀ ਆਮ ਵਿਕ ਰਹੇ. ਦਿੱਕਤ ਹੈ ਕਿ ਇੱਥੇ ਸਟੇਟ ਜਿਹੜਾ ਐਨੀਮਲ ਵੈਲਫੇਅਰ ਬੋਰਡ ਹੈ, ਸਟੇਟ ਬੋਰਡ ਹੈਗਾ, ਉਹ ਵੀ ਕੰਮ ਨਹੀਂ ਕਰ ਰਿਹਾ ਕਿਉਂਕਿ ਉਹ ਡਿਫੰਕ ਰੱਖਿਆ ਹੋਇਆ ਜਾਣ ਕੇ. ਉਹਦੇ ਵਿੱਚ ਵਾਈਲਡ ਲਾਈਫ ਦੇ ਵੀ ਮੁਲਾਜ਼ਮ ਹੈਗੇ, ਐਨੀਮਲ ਹਸਬੈਂਡਰੀ ਦੇ ਵੀ ਹੈਗੇ, ਉਹ ਡਿਫੰਕ ਰੱਖਿਆ ਹੋਇਆ. ਪੰਜਾਬ ਦੇ ਵਿੱਚ ਅੱਖਾਂ ਕਿਉਂ ਬੰਦ ਲੱਗਦੀਆਂ ਉਹਨਾਂ ਦੀਆਂ? ਦੇਰ ਨਾਲਾਇਕੀ ਨਹੀਂ ਹੈ ਜੀ ਇਹਦੇ ਨਾਲ. ਦੇਰ ਇਜ਼ ਅ ਫਾਈਨੈਂਸ਼ੀਅਲ ਇਨਸੈਂਟਿਵ ਟੂ ਇਟ. ਕੁਝ ਅੰਡਰ ਦਾ ਟੇਬਲ, ਓਵਰ ਦਾ ਟੇਬਲ ਸਭ ਚੀਜ਼ਾਂ ਹੁੰਦੀ ਹੈ. ਤੇ ਇਹ ਅੱਖ ਬੰਦ ਰੱਖੀ ਹੋਈ ਹੈ ਕਿ ਚਲੋ ਜੀ ਚੱਲ ਰਿਹਾ, ਦੇ ਆਰ ਗੈਟਿੰਗ ਗੁੱਡ ਪ੍ਰੋਫਿਟ, ਕੁਝ ਸ਼ੇਅਰ ਵੀ ਕਰਦੇ ਹੋਣੇ, ਹੋਰ ਵੀ ਚੀਜ਼ਾਂ ਚੱਲਦੀ ਹੈ. ਸੋ ਯੂ نو ਇੱਥੇ ਐਡਮਿਨਿਸਟ੍ਰੇਸ਼ਨ ਜਿਹੜੇ ਰੂਲਸ ਬੰਨੇ ਹੈਗੇ ਉੱਤੇ ਤਾਂ ਕੰਮ ਨਹੀਂ ਕਰ ਰਹੇ. ਮਤਲਬ ਉਹ ਤਾਂ ਨਿਗਲੈਕਟ ਕਰਦੇ ਜਿਹੜੇ ਰੂਲਸ ਬਣੇ ਹੋਏ ਆ, ਤੇ ਆਪਣੀ ਤਰਫੋਂ ਜਿਹੜਾ ਡਿਸਕ੍ਰਿਸ਼ਨ ਹੈਗਾ ਉਹ ਯੂਜ਼ ਕਰ ਲਿਆ ਕਿ ਜੀ ਇੱਥੇ ਹੁਣ ਜਿੱਦਾਂ
ਜਹਾਜ਼ ਚੱਲਨੇ ਤਾਂ ਇੱਥੇ ਚਲੋ ਬੰਦ ਕਰਤਾ, ਪਰ ਇਹ ਨਹੀਂ ਕਿ ਐਨੀਮਲਸ ਨੂੰ ਕੋਈ ਕਿੰਨੀ ਡਿਸਟਰਬੈਂਸ ਹੋ ਰਹੀ ਹੈ, ਕਿੰਨੀ ਪੀੜਾ ਹੋ ਰਹੀ ਦੁੱਖ ਹੈ। ਤਕਲੀਫ ਤਾਂ ਹੋਇਆ ਉਹਨਾਂ ਨੂੰ। ਐਬਸੋਲੂਟਲੀ, ਇਹਦੇ ਤਾਂ ਕੋਈ ਪਰ ਮੇਰੇ ਡਾਊਟ ਖਿਆਲ ਨਾਲ ਦਾਵਾ ਮੈਂ ਕਰਦਾ ਜੇ ਆਪਾਂ ਇਸ ਟਾਈਮ ਇਹਦੇ ਅੰਦਰ ਘੁੰਮ ਲਈਏ ਸ਼ਾਇਦ ਸਾਨੂੰ ਡੈੱਡ ਬੋਡੀਜ਼ ਇੱਕ ਦੋ ਬਰਡਸ ਦੀਆਂ ਮਿਲ ਵੀ ਜਾਣਗੀਆਂ, ਕਿਉਂਕਿ ਕਿਹੜਾ ਚੱਕਣੀਆਂ ਕਿਸੇ ਨੇ ਆ ਕੇ, ਉਹ ਬੰਦ ਹੈ ਚਲੋ ਵੱਖਰੀ ਗੱਲ ਹੈ। ਸਰ ਮੈਂ ਤੁਹਾਡੇ ਮਾਧਿਅਮ ਤੋਂ ਇੱਕ ਰਿਕੁਐਸਟ ਕਰਨਾ ਚਾਹੁੰਦਾ ਕਿ देयर हैज़ टू बी ਟਰਾਂਸਪੇਰੈਂਸੀ। ਤੁਸੀਂ ਪਬਲਿਕ ਨੂੰ ਇਨਵੋਲਵ ਕਰਿਓ ਤੇ ਟਰਾਂਸਪੇਰੈਂਸੀ ਕ੍ਰੀਏਟ ਕਰਿਓ। ਇਹਦੇ ਨਾਲ ਤਾਂ ਫੀਅਰ ਹੀ ਵੱਧ ਰਿਹਾ ਕਿ ਜਾਨਵਰਾਂ ਨਾਲ ਕੀ ਹੋ ਰਿਹਾ। ਅਗਰ ਤੁਹਾਡੇ ਵਾਸਤੇ ਸਿਰਫ ਇੱਕ ਸ਼ੋ ਪੀਸ ਹੈਗੇ, ਤੁਸੀਂ ਅਗਰ ਇੱਕ ਸਰਕਸ ਦੀ ਖੋਲ ਕੇ ਸ਼ੋ ਪੀਸ ਵਾਲਾ ਕੰਮ ਕਰਨਾ ਚਾਹੁੰਦੇ ਹੋ, ਦੈਟਸ ਐਜ਼ ਗੁੱਡ ਐਜ਼ ਇਟ ਗੈਟਸ। ਅੱਛਾ ਇਹੀ ਹੁਣ ਕੰਮ ਕੀ ਹੋ ਪਤਾ ਰਿਹਾ। ਲੱਗਿਆ ਕੁਝ ਇੱਥੇ ਕੋਈ 70 ਲੱਖ ਦੇ ਕੋਈ ਨਵੇਂ ਆ ਰਹੇ ਨੇ ਪੰਛੀ ਇੱਥੇ? ਐਗਜ਼ੈਕਟਲੀ ਜਿਹੜਾ ਹੁਣ ਰਿਪੋਰਟ ਆਈ ਹੈ ਇੰਡੀਅਨ ਐਕਸਪ੍ਰੈਸ 'ਚ 2 ਦਿਨ ਪਹਿਲਾਂ, ਉਹਦੇ ਵਿੱਚ ਹੈਗੇ ਕਿ 70 ਲੱਖ ਰੁਪਏ ਦੇ ਦੇ ਆਰ ਬਾਇੰਗ 70 ਬਰਡਸ, 71 ਬਰਡਸ। ਤੇ ਉਹਦੇ ਨਾਲ ਕੀ ਕਨਜ਼ਰਵੇਸ਼ਨ ਹੋ ਰਹੀ ਹੈ, 1 ਲੱਖ ਦਾ ਇੱਕ ਪੰਛੀ ਆਲਮੋਸਟ। ਤੇ ਕਨਜ਼ਰਵੇਸ਼ਨ ਕੀ ਹੋ ਰਹੀ ਹੈ, ਮਤਲਬ ਇਹ ਐਜੂਕੇਸ਼ਨ ਤੇ ਲਾਏ, ਲੋਕਾਂ ਨੂੰ ਦੱਸੇ ਸਕੂਲ ਜਾ ਕੇ ਕਿ ਕਨਜ਼ਰਵੇਸ਼ਨ ਇੰਪੋਰਟੈਂਟ ਕਿਉਂ ਹੈ, ਦਰਖਤ ਲਾਏ ਵਧੀਆ ਜਿਹੜੇ ਜਿਹਦੇ ਵਿੱਚ ਨੈਚੁਰਲ ਬਰਡਸ ਆਏ, ਫੋਰੈਸਟ ਏਰੀਆ ਇੰਕਰੀਜ਼ ਕਰੇ। ਦੇਰ ਆਰ ਸੋ ਮੈਨੀ ਅਦਰ ਵੇਜ਼ ਟੂ ਐਕਚੁਅਲੀ ਹੈਲਪ ਐਨੀਮਲਸ, ਬਟ ਇਹਦੇ ਨਾਲ ਤਾਂ ਯੂ ਆਰ ਜਸਟ ਕ੍ਰੀਏਟਿੰਗ ਅ ਸ਼ੋ ਪੀਸ ਕਿ ਤੁਸੀਂ ਇੱਥੇ ਬਰਡ ਨੂੰ ਦੇਖਿਓ, ਉਹਦੀ ਵੈਲਫੇਅਰ ਬਾਰੇ ਵੀ ਕੋਈ ਕੰਮ ਨਹੀਂ ਹੋ ਰਿਹਾ, ਤੇ ਯੂ نو ਇਟਸ ਜਸਟ ਇੱਕ ਟੂਰਿਜ਼ਮ ਗਿਮਿਕ ਹੈ, ਇਹ ਤੋਂ ਵੱਧ ਕੁਝ ਨਹੀਂ ਹੈ। ਮੈਨੂੰ ਤਾਂ ਕਦੀ ਕਦੀ ਇਹ ਵੀ ਲੱਗਦਾ ਹੈ, ਕਹਿੰਦੇ ਨਾ ਕਿ ਉਹ ਬੇਜ਼ੁਬਾਨ ਹੁੰਦੇ ਨੇ ਪੰਛੀ, ਜਾਨਵਰ ਬੇਜ਼ੁਬਾਨ ਨਹੀਂ ਹੁੰਦੇ, ਉਹਨਾਂ ਦੀ ਆਪਣੀ ਭਾਸ਼ਾ ਤਾਂ ਹੁੰਦੀ ਹੈ, ਆਪਣਾ ਦੁੱਖ ਤਕਲੀਫ ਦੱਸਦੇ ਨੇ। ਈਵਨ ਕਿ ਜੇ ਅਸੀਂ ਘਰੇ ਡੌਗ ਰੱਖ ਲਿਆ ਜਾਂ ਦੋਧੀਆਂ ਨੇ ਜਿਹੜੇ ਹੁੰਦੇ ਨੇ ਮਿਲਕਮੈਨ, ਉਹਨਾਂ ਨੇ ਮੱਝਾਂ ਰੱਖੀਆਂ ਹੁੰਦੀਆਂ ਤੇ ਉਹ ਉਹਨੂੰ ਮੱਝ ਨੂੰ ਜੇ ਆਵਾਜ਼ ਲੈ ਕੇ ਮਾਰਦੇ ਆ ਰਿਸਪੌਂਡ ਕਰਦੀ ਹੈ ਉਹਨੂੰ, ਉਹ ਅੱਖਾਂ ਚੱਕ ਕੇ ਦੇਖਦੀ ਹੈ। ਸੋ ਇਹਨਾਂ ਦੀ ਵੀ ਆਪਣੀ ਭਾਸ਼ਾ ਹੁੰਦੀ ਹੈ। ਉਸ ਦਿਨ ਸ਼ਾਇਦ ਇਹ ਰੋ ਵੀ ਰਹੇ ਹੋਣੇ ਜਾਂ ਚੀਕ ਵੀ ਰਹੇ ਹੋਣੇ ਵੀ ਕੀ ਹੋ ਰਿਹਾ, ਅਸੀਂ ਨਹੀਂ ਸਮਝ ਸਕਦੇ। ਤੇ ਲੱਗਦਾ ਹੀ ਮਾਨੀ ਵਕਾਲਤ ਤੁਹਾਡਾ ਪੇਸ਼ਾ ਹੈਗਾ, PIL ਪਾ ਕੇ ਕੋਈ ਚੱਕੇ, ਦਿਲ ਨਹੀਂ ਕਰਦਾ ਮਸਲਾ ਚੱਕਿਆ ਜਾਵੇ ਔਰ ਇਹ ਕੋਈ RTI ਲਾਈ ਜਾਵੇ, ਦੱਸੋ ਯਾਰ ਕੀ ਕਿੰਨੇ ਪੰਛੀਆਂ ਨੁਕਸਾਨ ਹੋਇਆ। RTI तो लगाई है सर, अभी आपको उदित ने ही बताया, हमने करा है सर, कर रहे हैं कोशिश अपनी तरफ से, देखते हैं क्या होता है। अब इसमें तो सपोर्ट तो पूरा गवर्नमेंट का चाहिए ना, स्टेट डिपार्टमेंट गवर्नमेंट का क्यों चाहिए। सपोर्ट देगी, वही तो हमें करने वाले लग रहे हैं, वो सपोर्ट क्यों करेंगे आपको? बट एक्चुअली में मीनिंग तो यही है ना, बनाया तो उनको इसलिए है ना कि वो हमारे लिए वेलफेयर करे, जानवरों के लिए वेलफेयर करे, तो इसलिए हम तो एक्सपेक्ट तो करेंगे ना। होप इज़ गुड सर। ਹਾਂ ਬਿਲਕੁਲ। ਸੋ ਹਿਮਾਨੀ ਨੇ ਤੇ ਉਦਿਤ ਭਾਟੀਆ ਨੇ ਦੱਸਿਆ ਹੈਗਾ ਕਿ ਵਾਕਈ ਜਿਹੜਾ ਇੱਕ ਮੈਂ ਕਹਾਂ ਤਾਂ ਇਹ ਜਿਹੜੇ 3 ਦਿਨ ਸੀ ਨਾ 에ਅਰ ਸ਼ੋਅ ਵਾਲੇ, ਹੋਰ ਕੁਝ ਨਹੀਂ ਹੋਇਆ, ਪੰਛੀਆਂ ਨਾਲ ਧੱਕਾ ਜ਼ਰੂਰ ਹੋਇਆ ਹੋਣਾ ਉਦਣ, ਕਿਉਂਕਿ ਇਹ ਭਾਵੇਂ ਆਪਣੀਆਂ ਆਵਾਜ਼ਾਂ ਕੱਢਦੇ ਹੋਏ, ਚੀਂ ਕਰਦੇ ਹੋਏ, ਭਾਵੇਂ ਕਹਿ ਵੀ ਰਹੇ ਹੋਣ ਇਦਾਂ ਨਾ ਕਰਿਓ, ਪਰ ਸੁਣਨ ਵਾਲਾ ਕੋਈ ਨਹੀਂ ਸੀ। ਕਿਉਂ? ਕਿਉਂਕਿ ਚੰਡੀਗੜ੍ਹ ਦਾ ਕਾਰਿਕ੍ਰਮ ਸੀ, ਰਾਸ਼ਟਰਪਤੀ ਨੇ ਆਣਾ ਸੀ, ਤੇ ਉਹ ਮੈਨੂੰ ਫਰੀਦ ਸਾਹਿਬ ਦਾ ਦੋਹਾ ਨਜ਼ਰ ਆਂਦਾ, ਕੌਣ ਆਖੇ ਫਰੀਦਾ ਇੰਜ ਨਹੀਂ ਇੰਜ ਕਰ। ਤੇ ਇਹਨਾਂ ਦੀ ਸੁਣਨੀ ਕਿੰਨੇ ਸੀ, ਤੇ ਪਰ ਜ਼ਰੂਰ ਆਪਾਂ ਅਫਸਰਾਂ ਨੂੰ ਜਿਹੜੇ ਹੈਗੇ ਨੇ ਚੰਡੀਗੜ੍ਹ ਦੇ ਅਧਿਕਾਰੀ ਨੇ ਵਾਈਲਡ ਲਾਈਫ ਦੇ, ਇੱਕ ਆਪਾਂ ਜ਼ਰੂਰ ਉਹਨਾਂ ਨੂੰ ਨਸੀਹਤ ਕਵਾਂਗਾ ਮੈਂ ਉਹਨਾਂ ਨੂੰ ਆਪਾਂ ਅਪੀਲ ਨਹੀਂ ਕਰਾਂਗੇ, ਬੇਨਤੀ ਨਹੀਂ ਕਰਾਂਗੇ, ਗੁਜ਼ਾਰਿਸ਼ ਨਹੀਂ ਕਰਾਂਗੇ, ਤੁਹਾਨੂੰ ਨਸੀਹਤ ਹੈ ਭਵਿੱਖ ਦੇ ਵਿੱਚ ਕਦੀ ਲਾਈਟ ਐਂਡ ਸਾਊਂਡ ਸ਼ੋਅ ਕੋਈ ਵੀ ਇੱਥੇ ਆ ਕੇ ਕਰੇ ਝੀਲ ਦੇ ਕਿਨਾਰੇ, ਜਾਂ ਕਦੀ ਇਦਾਂ ਦੇ 에ਅਰ ਸ਼ੋਅ ਹੋਣ, ਜਾਂ ਕਦੀ ਹੋਰ ਤੁਸੀਂ ਬੈਂਡ ਬਾਜੇ ਵਜਾਣੇ ਹੋਣ, ਧਮਾਕੇ ਕਰਨੇ ਹੋਣ, ਤਾਂ ਇਹਨਾਂ ਪੰਛੀਆਂ ਨੂੰ ਇੱਕ ਵਾਰ ਆਪਣੇ ਜ਼ਰੂਰ ਜ਼ਹਿਨ 'ਚ ਲੈ ਆਉਣਾ। ਦੀਵਾਲੀ ਦੀ ਇੱਕ ਰਾਤ ਜੇ ਅਸੀਂ ਪਟਾਕਿਆਂ ਦੀ ਆਵਾਜ਼ ਸੁਣ ਕੇ ਸੌ ਨਹੀਂ ਸਕਦੇ ਸਾਲ 'ਚ ਇੱਕ ਦਿਨ, ਤਾਂ ਇਹਨਾਂ ਦਾ ਵੀ ਸਾਨੂੰ ਫਿਕਰ ਕਰਨਾ ਜ਼ਰੂਰੀ ਹੋ ਜਾਂਦਾ। ਸੋ ਪੰਛੀ ਪ੍ਰੇਮੀ ਕਸ਼ਿਸ਼ ਵੀ ਸਾਡੇ ਨਾਲ ਜੁੜੇ ਹੋਏ ਨੇ। ਕਸ਼ਿਸ਼, ਤੁਹਾਨੂੰ ਪਤਾ ਹੀ ਹੈ ਚੰਡੀਗੜ੍ਹ ਤੁਸੀਂ ਰਹਿੰਦੇ ਹੋ, 3 ਦਿਨ 에ਅਰ ਸ਼ੋਅ ਲਗਾਤਾਰ ਚੱਲਿਆ, ਮਨ 'ਚ ਸਵਾਲ ਉੱਠਿਆ ਸੀ ਯਾਰ ਪੰਛੀਆਂ ਦਾ ਕੀ ਬਣੇਗਾ? हाँ जी, मैं घर में था और मैं तो ऐसे ही अपने घर से देख रहा हूँ एयर शो उड़ के जा रहे हैं ना, तो जैसे जैसे एक एक प्लेन जाता ना, तो पंछी ऐसे मतलब जो उड़ रहे होते वो इधर उधर भागते, तो मैं सोच रहा था कि अगर वहाँ पे घर पे जो बर्ड्स है जो लोकल है जिनका हैबिटेट है यहाँ पे, वो इतने कंफर्टेबल नहीं है, वो इधर उधर भाग रहे हैं, पता नहीं वो कहाँ पहुँचे हैं, कहाँ पे। दिवाली में भी ऐसे ही होता है, इधर उधर जाते हैं और कुछ पटाखे फटते हैं डर के, उनको कभी कभी हार्ट की प्रॉब्लम होती है, कुछ हो जाती है तो गिर जाते हैं। तो मैं सोच रहा था अगर इतनी ज़्यादा आवाज़ हो रही है तो बर्ड्स का क्या होगा। तो फिर मैंने सोचा जहाँ पे हो रहा है उसके साथ ही हमारी बर्ड सेंचुरी है, तो उसमें बर्ड्स का क्या होगा। There is just walking distance between the place and the bird park. Just a walking distance. And there's I don't think there was any provision done, ऐसा कोई provision मेरे को तो नहीं कहीं सुनने में आया जो बर्ड पार्क में हो स्पेसिफिकली कि बर्ड्स को ये इस चीज़ से परेशानी ना हो कि उनने कोई रूम में रख दिया उस टाइम के लिए उनको, पर वो उनने ओपन में ही रखा होगा। there's nothing I think the क्या लगता है फिर ये अधिकारियों के ध्यान में आया नहीं, दिमाग में आया नहीं कि हमने ये वेन्यू डिसाइड कर दिया एयर शो के लिए, तो पंछियों की हालत क्या होगी? वाइल्ड लाइफ वाले चुप क्यों रहे ऑफिसर? सर आई थिंक इसमें प्रायोरिटी बेसिस पे दे कंसिडर्ड कि उनकी एंटरटेनमेंट के लिए क्या बेटर है, सिटीजन्स के एंटरटेनमेंट के लिए क्या बेटर है। उससे पहले उन्होंने कंसिडर किया था उनके एंटरटेनमेंट के लिए शायद बर्ड्स लाना यहाँ पे बेटर होगा, जो कि अब नई चीज़ प्रायोरिटी है। तो आई मीन एनिमल्स तो जस्ट एक एंटरटेनमेंट के लिए, बर्ड्स तो एंटरटेनमेंट के लिए लाए थे, उनकी केयर का आई डोंट थिंक वो सोचा होगा उन्होंने। क्या कहें, मतलब पंछियों की जो जान है इंसानों की जान के लिए कीमत नहीं रखती, इंसानों के मनोरंजन के लिए? आई डाउट
खाली मनोरंजन ही हमारा एक प्रायोरिटी होता है कि लाइक हमने जैसे हमारे यहाँ पे एक टाइम था जब माइग्रेटरी बर्ड्स आती थी तो हम खुश होते थे, हमको उससे कोई मतलब नहीं था कि हमें यहीं पे रखना है उनको, वो आती थी चली जाती थी अपने हैबिटेट में, ठीक है, कोई हम उनको कोई शौक नहीं था यहाँ पे रहने का। जो यहाँ की बर्ड्स हैं वो बाहर से लाई गई हैं, कितनी बर्ड्स तो यहाँ पे आके मर गई हैं ऑलरेडी, 35 बर्ड्स थी, आई थिंक अराउंड 37 बर्ड्स थे, तो दे ऑलरेडी डाइड। एंड रिसेंटली आई थिंक 4 दिन पहले मैंने आर्टिकल पढ़ा है कि दे आर ब्रिंगिंग न्यू बर्ड्स, 70 न्यू एक्सोटिक बर्ड्स आर टू बी ब्रॉट एट वाइल्ड सुखना लेक बर्ड सैंक्चुरी about at a cost of 70 lakhs. So if something was let's say if 70 birds are coming in 70 lakhs, एक bird का 1 lakh cost है, यहाँ पे 35 birds already मर चुकी हैं, ठीक है, that was before the air show. We don't ਪਾਰਕ ਬਣਨ ਨੂੰ ਹਲੇ 6 ਮਹੀਨੇ ਵੀ ਨਹੀਂ ਹੋਏ ਚੱਜ ਨਾਲ। and they are asking for more birds. तो अगर अभी एयर शो के बाद जो इनको like statistics होंगे we don't even know about those. ਕੀ ਲੱਗਦਾ ਤੁਹਾਨੂੰ ਕਿ ਇਸ ਚੀਜ਼ ਦੀ ਇਨਕੁਆਇਰੀ ਕਰਨੀ ਚਾਹੀਦੀ ਹੈ? ਚੰਡੀਗੜ੍ਹ ਦੇ ਐਡਵਾਈਜ਼ਰ ਨੂੰ ਕਹੋਗੇ ਜਾਂ ਐਡਮਿਨਿਸਟ੍ਰੇਟਰ ਨੂੰ ਕਹੋਗੇ, ਟੌਪ ਆਫ ਦਾ ਬਿਊਰੋਕਰੇਟ ਨੇ, ਵੀ ਇਹ ਪੰਛੀਆਂ ਦਾ ਧਿਆਨ ਕਿਉਂ ਨਹੀਂ ਰੱਖਿਆ ਗਿਆ? ਇੱਕ ਇਨਕੁਆਇਰੀ ਹੋਣੀ ਚਾਹੀਦੀ ਹੈ। Definitely, sir. It's very near to the governor house itself. It's very near to the advisor's home itself. It's very near to जहाँ पे हमारी सिटी का जो मेन सिटी का हमड्रम जहाँ पे सारे लोग आके एंजॉय करते हैं. It's very near, right? तो अगर ऐसी कोई घटना हो रही है and there's like deaths been happening of birds जो कि हम सोच के इतने entertainment अपने इतने शौक से लाए थे और सारे लोग इतने खुश हुए थे कि यहाँ पे कुछ खुला है. So I think there should be like some प्रोविजन की जो उन बर्ड्स को कुछ होता है तो हम उनको देख भी पाए. दे हैव बर्ड वेट्स, दे हैव लाइक बट दे डोंट हैव सेट प्रोटोकॉल्स कि यहाँ से जो चंडीगढ़ की अपनी वाइल्ड लाइफ की बर्ड्स आती हैं, दे कीप देम, दे आर कीपिंग देम एंड वी एडमायर दैट. बट वी डोंट हैव सेट प्रोटोकॉल कि वो आई तो उसकी इंजरी होगी, उसकी ट्रीटमेंट होगी, उसका रिलीज कब होगा, कौन देखेगा. देयर इज नो स्टैटिस्टिक्स अबाउट ਕੀ दैट. ਤੁਹਾਨੂੰ ਲੱਗਦਾ ਹੈ 에ਅਰ ਸ਼ੋ ਹੁਣੇ ਖਤਮ ਹੋਇਆ, ਜੇ ਆਪਾਂ ਜਾਈਏ ਸਾਨੂੰ ਸ਼ਾਇਦ ਡੈੱਡ ਬੋਡੀਜ਼ ਵੀ ਮਿਲ ਜਾਣ ਇੱਕ ਦੋ ਬਰਡਸ ਦੀਆਂ? See, I think they're very clear about that. The last time this happened कि उनकी birds जब की death हुई थी तो they shifted a few birds from the SPCA itself. ठीक है, तो we don't know if they cover up the numbers like that or how. But basically this is like a closed box. We don't know कि अंदर क्या हो रहा है क्या नहीं हो रहा है. Sukhna Lake is very open. We know क्या हो रहा है वहाँ पे, है ना. Everything is very open. But if bird sanctuary is just open, 35 birds have died. We don't know उनके vets कैसे treat कर रहे हैं जो यहाँ की वाइल्ड लाइफ की birds हैं. We don't know कि what happens if like एक bird बीमार होती है, क्या protocol follow. There is never an update from the administration or from the wildlife के लोग कि like it's like a basically like closed box. बस आप आओ, you pay the ticket, you watch the birds when they're good. If not, like just like we won't basically tell you. We'll ask for the more funds for getting more birds. We'll just keep replacing them. ਥੈਂਕ ਯੂ। ਵਿਜੇ ਨਿਤਨ ਦੇ ਨਾਲ ਬਲਜੀਤ ਮਰਵਾਹਾ, ਸਕਰੋਲ ਪੰਜਾਬ, ਚੰਡੀਗੜ੍ਹ।